ਅਭਿਆਸ 3.2 ਸਵਾਲ ਨੰਬਰ 1 ਹੇਠਾਂ ਲਿਖੀਆਂ ਸੰਖਿਆਵਾਂ ਦੇ ਸਮੂਹਾਂ ਵਿੱਚੋਂ ਅਭਾਜ ਸੰਖਿਆਵਾਂ ਚੁਣੋ ਅਤੇ ਲਿਖੋ। ਤੇ ਸਵਾਲ ਨੰਬਰ 2 'ਚ ਇਹਨਾਂ ਨੇ ਕਿਹਾ ਹੈ ਹੇਠਾਂ ਲਿਖੀਆਂ ਸੰਖਿਆਵਾਂ ਦੇ ਸਮੂਹਾਂ ਵਿੱਚੋਂ ਭਾਜ ਸੰਖਿਆਵਾਂ ਚੁਣੋ ਅਤੇ ਲਿਖੋ। ਸਵਾਲ ਨੰਬਰ 1 ਦੇ ਵਿੱਚ ਇਹਨਾਂ ਨੇ ਅਭਾਜ ਸੰਖਿਆ ਦੀ ਗੱਲ ਕੀਤੀ ਹੈ ਤੇ ਸਵਾਲ ਨੰਬਰ 2 ਦੇ ਵਿੱਚ ਇਹਨਾਂ ਨੇ ਜੋ ਹੈ ਭਾਜ ਸੰਖਿਆਵਾਂ ਦੀ ਜੋ ਹੈ ਗੱਲ ਕੀਤੀ ਹੈ। ਇਸ ਤੋਂ ਪਹਿਲਾਂ ਕਿ ਅਸੀਂ ਇਹਨਾਂ ਦੋਵੇਂ ਸਵਾਲਾਂ ਨੂੰ ਜੋ ਹੈ ਸੋਲਵ ਕਰੀਏ, ਪਹਿਲਾਂ ਅਸੀਂ ਇਹ ਸਿੱਖਾਂਗੇ ਵੀ ਅਭਾਜ ਸੰਖਿਆ ਕਿਸ ਨੂੰ ਕਹਿੰਦੇ ਹਨ ਤੇ ਭਾਜ ਸੰਖਿਆਵਾਂ ਜੋ ਹੈ ਕਿਸ ਨੂੰ ਕਹਿੰਦੇ ਹਨ। ਠੀਕ ਹੈ, ਹਾਂਜੀ। ਹਾਂਜੀ, ਜ਼ਰਾ ਧਿਆਨ ਦੇ ਨਾਲ ਪੜ੍ਹਨਾ ਇਸ ਨੂੰ। ਠੀਕ ਹੈ, ਸੰਖਿਆਵਾਂ 2, 3, 5 ਅਤੇ 7 ਦੇ ਸਿਰਫ ਦੋ ਹੀ ਗੁਣਨਖੰਡ ਹਨ, 1 ਅਤੇ ਸੰਖਿਆ ਖੁਦ। ਠੀਕ ਹੈ, ਇੱਥੇ ਤੱਕ ਜੋ ਹੈ ਇਸ ਨੂੰ ਇਹਨਾਂ ਨੂੰ ਅਭਾਜ ਜਾਂ ਪ੍ਰਾਈਮ ਸੰਖਿਆਵਾਂ ਕਹਿੰਦੇ ਹਨ। ਹਾਂਜੀ, ਹੁਣ ਇਸ ਨੂੰ ਜੋ ਹੈ ਸਮਝਣਾ ਵੀ ਇਹਦੇ ਵਿੱਚ ਇਹਨਾਂ ਨੇ ਕੀ ਕਿਹਾ ਹੈ। ਦੇਖੋ, ਇਹਨਾਂ ਨੇ ਕਿਹਾ ਹੈ ਵੀ 2, 3, 5 ਅਤੇ 7 ਦੇ ਸਿਰਫ ਦੋ ਹੀ ਗੁਣਨਖੰਡ ਹਨ, 1 ਅਤੇ ਸੰਖਿਆ ਖੁਦ। ਹੁਣ 2 ਗੁਣਨਖੰਡ ਹਨ, ਇਸ ਤੋਂ ਭਾਵ ਕੀ ਹੈ? ਤੇ ਜਦੋਂ ਇਹ ਕਹਿ ਰਹੇ ਹਨ ਵੀ 1 ਅਤੇ ਸੰਖਿਆ ਖੁਦ, ਤਾਂ ਇਸ ਦਾ ਕੀ ਜੋ ਹੈ ਮਤਲਬ ਹੈ, ਜ਼ਰਾ ਧਿਆਨ ਨਾਲ ਸਮਝੋ। ਦੇਖੋ, ਮੈਂ ਜੇਕਰ ਸੰਖਿਆ ਲੈਣਾ ਹਾਂ 2, 3, 5 ਤੇ 7, ਇੱਕ ਵਾਰੀ ਮੈਂ ਤੁਹਾਨੂੰ ਲੈ ਕੇ ਜੋ ਹੈ ਸਮਝਾਉਣਾ ਜ਼ਰਾ। ਹਾਂਜੀ, ਮੈਂ ਨਾ ਸੰਖਿਆਵਾਂ ਲਿੱਤੀਆਂ ਹੈ 2, 3, 5, 7। ਇਸ ਤੋਂ ਅੱਗੇ ਅਸੀਂ 11 ਵੀ ਲੈ ਸਕਦੇ ਹਾਂ, 13 ਵੀ ਲੈ ਸਕਦੇ ਹਾਂ। ਮੈਂ 9 ਕਿਉਂ ਛੱਡਿਆ ਹੈ ਉਹ ਮੈਂ ਤੁਹਾਨੂੰ ਹੁਣੇ ਸਮਝਾਵਾਂਗਾ। ਹਾਂਜੀ, ਦੇਖੋ, ਜੇਕਰ ਮੈਂ ਗੱਲ ਕਰਾਂ 2 ਦੀ, ਤਾਂ 2 ਜੋ ਹੈ ਉਹ ਕਿਹਨਾਂ ਸੰਖਿਆਵਾਂ ਦੇ ਨਾਲ ਜਾਂ ਕਿਹਨਾਂ ਅੰਕਾਂ ਦੇ ਨਾਲ ਜੋ ਹੈ ਉਹ ਭਾਗ ਹੋ ਸਕਦਾ ਹੈ, ਡਿਵਾਈਡ ਹੋ ਸਕਦਾ ਹੈ। ਇੱਕ ਤਾਂ 2 ਨੂੰ ਜੋ 1 ਹੈ ਉਹ ਡਿਵਾਈਡ ਕਰ ਸਕਦਾ ਹੈ, ਤੇ ਇੱਕ ਜੋ ਹੈ 2 ਨੂੰ ਜੋ 2 ਹੈ ਜਾਂ 2 ਹੈ ਉਹ ਜੋ ਹੈ ਡਿਵਾਈਡ ਕਰ ਸਕਦਾ ਹੈ। ਠੀਕ ਹੈ, ਤਾਂ ਇਹ ਦੋਵੇਂ ਜੋ ਹੈ 1 ਔਰ 2, ਇਹ 2 ਨੂੰ ਡਿਵਾਈਡ ਕਰ ਸਕਦੇ ਹੈ, ਤਾਂ 2 ਦੇ ਜੋ 2 ਗੁਣਨਖੰਡ ਹੈ ਉਹ 1 ਔਰ 2 ਹੋਣਗੇ। ਇੱਦਾਂ ਹੀ ਅਗਰ ਅਸੀਂ ਗੱਲ ਕਰੀਏ 3 ਦੀ, ਤਾਂ 3 ਨੂੰ ਇੱਕ ਤਾਂ 1 ਡਿਵਾਈਡ ਕਰ ਸਕਦਾ ਹੈ। ਠੀਕ ਹੈ, ਇੱਕ ਜੋ ਹੈ 3 ਆਪਣੇ ਹੀ ਟੇਬਲ, ਆਪਣੇ ਹੀ ਪਹਾੜੇ 'ਤੇ ਜੋ ਹੈ ਡਿਵਾਈਡ ਹੋਏਗਾ, ਭਾਗ ਹੋਏਗਾ। ਠੀਕ ਹੈ, ਹਾਂਜੀ। ਇੱਕ ਗੱਲ ਇੱਥੇ ਜੋ ਹੈ ਤੁਸੀਂ ਜੋ ਹੈ ਚੇਤੇ ਰੱਖਣੀ ਹੈ, ਉਹ ਇਹ ਹੈ ਵੀ ਹਰ ਇੱਕ ਅੰਕ ਨੂੰ ਜੋ 1 ਹੈ, ਜੋ 1 ਹੈ, ਉਹ ਤਾਂ ਭਾਗ ਕਰ ਹੀ ਸਕਦਾ ਹੈ, ਡਿਵਾਈਡ ਕਰ ਹੀ ਸਕਦਾ ਹੈ। ਠੀਕ ਹੈ, ਹਾਂਜੀ। 5 ਨੂੰ ਜੇਕਰ ਮੈਂ ਗੱਲ ਕਰਾਂ ਤਾਂ ਸਿਰਫ 1 ਡਿਵਾਈਡ ਕਰ ਸਕਦਾ ਹੈ, ਤੇ ਇੱਕ 5 ਜੋ ਹੈ ਉਹ ਆਪਣੇ ਹੀ ਟੇਬਲ 'ਤੇ, ਆਪਣੇ ਹੀ ਪਹਾੜੇ 'ਤੇ ਜੋ ਹੈ ਭਾਗ ਹੁੰਦਾ ਹੈ। ਠੀਕ ਹੈ, ਇਵੇਂ ਹੀ 7 ਨੂੰ ਮੈਂ ਗੱਲ ਕਰਾਂ ਤਾਂ ਇੱਕ ਤਾਂ ਇੱਕ ਜੋ ਹੈ ਭਾਗ ਦੇ ਸਕਦਾ ਹੈ, ਤੇ ਇੱਕ ਜੋ ਹੈ 7 ਆਪਣੇ ਹੀ ਪਹਾੜੇ 'ਤੇ ਜੋ ਹੈ ਉਹ ਭਾਗ ਹੋ ਸਕਦਾ ਹੈ। ਠੀਕ ਹੈ, ਹਾਂਜੀ। ਹੁਣ ਦੇਖੋ 2, 3, 5, 7 ਇਹਨਾਂ ਨੂੰ ਇੱਕ ਮਤਲਬ ਦੇਖੋ, ਇੱਕ ਤਾਂ ਸਭ ਦੇ ਵਿੱਚ ਆ ਰਿਹਾ ਹੈ, ਇੱਕ ਇੱਥੇ ਵੀ ਆ ਰਿਹਾ ਹੈ, ਇੱਕ ਇੱਥੇ ਵੀ ਆ ਰਿਹਾ ਹੈ, ਇੱਕ ਇੱਥੇ ਵੀ ਆ ਰਿਹਾ ਹੈ, ਤੇ ਇੱਕ ਇੱਥੇ ਵੀ ਆ ਰਿਹਾ ਹੈ। ਤੇ ਜੇਕਰ ਅਸੀਂ 2 ਦੀ ਗੱਲ ਕਰੀਏ ਤਾਂ 2 ਜੋ ਹੈ ਆਪਣੇ ਹੀ ਪਹਾੜੇ 'ਤੇ ਜੋ ਹੈ ਉਹ ਜੋ ਹੈ ਭਾਗ ਹੋ ਰਿਹਾ ਹੈ। ਇਵੇਂ ਹੀ 3 ਵੀ ਜੋ ਹੈ ਆਪਣੇ ਹੀ ਪਹਾੜੇ 'ਤੇ ਭਾਗ ਹੋ ਰਿਹਾ ਹੈ, ਜੋ 5 ਹੈ ਉਹ ਵੀ ਆਪਣੇ ਪਹਾੜੇ 'ਤੇ ਭਾਗ ਹੋ ਰਿਹਾ, ਤੇ 7 ਵੀ ਜੋ ਹੈ ਉਹ ਆਪਣੇ ਪਹਾੜੇ 'ਤੇ ਭਾਗ ਹੋ ਰਿਹਾ ਹੈ। ਇਹਨਾਂ ਤੋਂ ਇਲਾਵਾ ਕੋਈ ਹੋਰ ਨੰਬਰ ਹੈ ਜੋ ਇਹਨਾਂ ਨੂੰ 2, 3, 5, 7 ਨੂੰ ਭਾਗ ਦੇ ਸਕੇ ਜਾਂ ਡਿਵਾਈਡ ਕਰ ਸਕੇ? ਨਹੀਂ ਹੈ ਨਾ। ਜੇਕਰ ਮੈਂ 3 ਦੀ ਗੱਲ ਕਰਾਂ ਤਾਂ 3 ਨੂੰ 4 ਡਿਵਾਈਡ ਕਰ ਸਕਦਾ ਹੈ। ਠੀਕ ਹੈ, ਕਿ ਜੋ 5 ਹੈ, 6 ਹੈ, 7 ਹੈ, ਉਹ 3 ਨੂੰ ਭਾਗ ਦੇ ਸਕਦੇ हैं, ਡਿਵਾਈਡ ਕਰ ਸਕਦੇ हैं? ਤਾਂ ਜਵਾਬ ਹੈ ਨਹੀਂ। ਠੀਕ ਹੈ, ਇਹਦਾ ਮਤਲਬ ਉਹ ਸੰਖਿਆਵਾਂ ਜਿਨ੍ਹਾਂ ਦੇ 2 ਹੀ ਗੁਣਨਖੰਡ ਹੋਣ। ਹਾਂਜੀ, ਮੈਂ ਸਟਾਰਟਿੰਗ ਦੇ ਵਿੱਚ ਬਾਰ-ਬਾਰ ਪੜ੍ਹ ਕੇ ਤੁਹਾਨੂੰ ਜੋ ਹੈ ਸਮਝਾਇਆ ਸੀ, ਸਿਖਾਇਆ ਸੀ
ਵੀ ਪ੍ਰਾਈਮ ਨੰਬਰਸ ਜਾਂ ਅਭਾਜ ਸੰਖਿਆਵਾਂ ਅਸੀਂ ਉਹਨਾਂ ਨੂੰ ਡਿਫਾਈਨ ਕਰਾਂਗੇ ਜਿਨ੍ਹਾਂ ਦੇ ਸਿਰਫ ਦੋ ਹੀ ਗੁਣਨਖੰਡ ਹੋਣ। ਹੁਣ ਇੱਥੇ ਦੋ ਦੇ ਜੋ ਗੁਣਨਖੰਡ ਹੈ ਉਹ ਇੱਕ ਤਾਂ 1 ਹੈ ਇੱਕ 2 ਹੈ, ਠੀਕ ਹੈ, ਸਿਰਫ ਦੋ ਹੀ ਗੁਣਨਖੰਡ ਹੈ। ਹਾਂਜੀ 3 ਦੇ ਜੋ ਹੈ ਗੁਣਨਖੰਡ ਕਿੰਨੇ ਹੈ, ਇੱਕ 1 ਹੈ ਔਰ ਇੱਕ 3 ਹੈ। 5 ਦੇ 5 ਦੇ ਕਿੰਨੇ ਗੁਣਨਖੰਡ ਹੈ, ਇੱਕ ਤਾਂ 1 ਹੈ ਤੇ ਇੱਕ 5 ਹੈ। ਇਵੇਂ ਹੀ 7 ਦੇ ਕਿੰਨੇ ਗੁਣਨਖੰਡ ਹੈ, ਦੋ ਹੀ ਹੈ, ਇੱਕ ਹੈ ਤੇ 7 ਹੈ। ਤਾਂ ਇਵੇਂ ਦੀ ਸੰਖਿਆਵਾਂ ਜੋ ਸਿਰਫ ਦੋ ਹੀ ਨੰਬਰਾਂ ਤੋਂ ਅੰਕਾਂ ਤੋਂ ਜੋ ਹੈ ਡਿਵਾਈਡ ਹੁੰਦੀਆਂ ਨੇ, ਠੀਕ ਹੈ, ਦੋ ਹੀ ਜੋ ਹੈ ਅੰਕ ਜੋ ਹੈ ਉਹਨਾਂ ਨੂੰ ਭਾਗ ਕਰ ਸਕਦੇ ਹੈ। ਇੱਕ ਤਾਂ 1 ਹੋ ਗਿਆ ਤੇ ਇੱਕ ਉਹ ਨੰਬਰ ਖੁਦ ਹੋ ਗਿਆ। ਇਵੇਂ ਦੀ ਸੰਖਿਆਵਾਂ ਨੂੰ ਅਸੀਂ ਜੋ ਹੈ ਪ੍ਰਾਈਮ ਨੰਬਰ ਜਾਂ ਅਭਾਜ ਸੰਖਿਆਵਾਂ ਕਹਿੰਦੇ ਹਾਂ, ਠੀਕ ਹੈ। ਇਹਨਾਂ ਦੇ ਸਿਰਫ ਦੋ ਹੀ ਗੁਣਨਖੰਡ ਹੁੰਦੇ ਹੈ, ਇੱਕ ਤਾਂ 1 ਹੁੰਦਾ ਹੈ ਤੇ ਇੱਕ ਉਹ ਨੰਬਰ ਖੁਦ ਹੁੰਦਾ ਹੈ। ਆਈ ਹੋਪ ਕਿ ਤੁਹਾਨੂੰ ਇਹ ਸਮਝ ਆ ਗਿਆ ਹੋਣਾ ਹੈ। ਇੱਥੇ ਅਸੀਂ 2 3 5 7 ਦੀ ਗੱਲ ਕੀਤੀ ਹੈ। ਇਸ ਤੋਂ ਇਲਾਵਾ 11 ਯਾਨੀ ਕਿ 11 13 ਤੇ 17, ਠੀਕ ਹੈ। 9 ਨੂੰ ਅਸੀਂ ਕਿਉਂ ਨਹੀਂ ਲੈ ਸਕਦੇ, ਕਿਉਂਕਿ 9 ਦੇ ਨਾ ਦੇਖੋ 9 ਨੂੰ ਇੱਕ ਤਾਂ ਇੱਕ ਭਾਗ ਦੇ ਸਕਦਾ ਹੈ, ਇੱਕ 9 ਜੋ ਹੈ ਉਹ 3 ਦੇ ਨਾਲ, ਠੀਕ ਹੈ, 3 ਦੇ ਨਾਲ ਜੋ ਹੈ ਭਾਗ ਹੋ ਜਾਂਦਾ ਹੈ। ਇੱਕ 9 ਜੋ ਹੈ ਉਹ 9 ਆਪਣੇ ਪਹਾੜੇ ਤੇ ਯਾਨੀ ਕਿ ਆਪਣੇ ਟੇਬਲ ਤੇ ਜੋ ਹੈ 9 ਤੇ ਜੋ ਹੈ, ਠੀਕ ਹੈ, 9 ਤੇ ਜੋ ਹੈ ਭਾਗ ਹੋ ਜਾਂਦਾ ਹੈ। ਤਾਂ ਇੱਥੇ ਦੇਖੋ 9 ਦੇ ਗੁਣਨਖੰਡ ਕਿੰਨੇ ਆਏ, 3 ਆਏ, 1 3 ਤੇ 9, ਤਾਂ ਇਹ ਦੋ ਤਾਂ ਨਹੀਂ ਆਏ ਨਾ। ਤਾਂ ਅਭਾਜ ਸੰਖਿਆ ਦੀ ਜੋ ਕੰਡੀਸ਼ਨ ਹੈ ਵੀ ਉਸਦੇ ਗੁਣਨਖੰਡ ਜੋ ਹੈ ਉਹ ਸਿਰਫ ਦੋ ਹੀ ਹੋਣੇ ਚਾਹੀਦੇ ਹੈ। ਇਸ ਕਰਕੇ 9 ਜੋ ਹੈ ਉਹ ਅਭਾਜ ਸੰਖਿਆ ਦੇ ਵਿੱਚ ਨਹੀਂ ਗਿਣਿਆ ਜਾਏਗਾ, ਕਿਉਂਕਿ ਉਸਦੇ ਦੋ ਗੁਣਨਖੰਡ ਨਹੀਂ ਹੈ, ਉਸਦੇ 3 ਗੁਣਨਖੰਡ ਹੈ। ਤੇ ਫਿਰ ਅਸੀਂ 9 ਨੂੰ ਕਿਸ ਕੈਟੇਗਰੀ ਦੇ ਵਿੱਚ ਜੋ ਹੈ ਕਾਊਂਟ ਕਰਨਾ ਹੈ, ਇਹ ਜੋ ਹੈ ਭਾਜ ਸੰਖਿਆ, ਜਿਸ ਨੂੰ ਕਿ ਅਸੀਂ ਕੰਪੋਜ਼ਾਈਟ ਨੰਬਰ ਵੀ ਜੋ ਹੈ ਕਹਿੰਦੇ ਹਾਂ, ਤਾਂ ਇਹ ਜੋ ਹੈ ਉਹਨਾਂ ਦੇ ਵਿੱਚ ਆਏਗਾ, ਠੀਕ ਹੈ। ਜਿਹਦੇ ਦੋ ਤੋਂ ਜ਼ਿਆਦਾ ਗੁਣਨਖੰਡ ਹੁੰਦੇ ਹੈ ਉਹਨਾਂ ਨੂੰ ਅਸੀਂ ਭਾਜ ਸੰਖਿਆ ਜਾਂ ਕੰਪੋਜ਼ਾਈਟ ਨੰਬਰਸ ਜੋ ਹੈ ਕਹਿੰਦੇ ਹਾਂ। ਹਾਂਜੀ ਆਈ ਹੋਪ ਕਿ ਤੁਹਾਨੂੰ ਇਹ ਜੋ ਪ੍ਰਾਈਮ ਨੰਬਰਸ ਵਾਲਾ ਜਾਂ ਅਭਾਜ ਸੰਖਿਆ ਵਾਲਾ ਜੋ ਕੰਸੈਪਟ ਹੈ ਉਹ ਸਮਝ ਆ ਗਿਆ ਹੋਣਾ ਹੈ। ਹੁਣ ਅਸੀਂ ਜੋ ਹੈ ਗੱਲ ਕਰਨੀ ਹੈ ਭਾਜ ਸੰਖਿਆ ਦੀ, ਜਾਂ ਉਸਨੂੰ ਜੋ ਹੈ ਕੰਪੋਜ਼ਾਈਟ ਨੰਬਰਸ ਵੀ ਜੋ ਹੈ ਕਿਹਾ ਜਾਂਦਾ ਹੈ। ਤਾਂ ਦੇਖੋ ਇਹਦੇ ਵਿੱਚ ਐਗਜ਼ਾਮਪਲ ਦੇ ਰੱਖਿਆ ਇਹਨਾਂ ਨੇ ਸੰਖਿਆਵਾਂ 4 6 8 9 10 ਦੇ ਦੋ ਤੋਂ ਵੱਧ ਗੁਣਨਖੰਡ ਹਨ। ਦੋ ਤੋਂ ਵੱਧ ਗੁਣਨਖੰਡ ਤੋਂ ਭਾਵ ਕੀ ਹੁੰਦਾ ਹੈ ਵੀ ਇਹਨਾਂ ਸੰਖਿਆਵਾਂ ਨੂੰ 1 ਯਾਨੀ ਕਿ ਇੱਕ, ਠੀਕ ਹੈ, ਇੱਕ ਉਹ ਨੰਬਰ ਉਹ ਸੰਖਿਆ ਖੁਦ, ਜਿਵੇਂ 4 ਹੈ, ਠੀਕ ਹੈ, ਮੈਂ ਨਾ ਐਗਜ਼ਾਮਪਲ ਲੈ ਕੇ ਹੁਣੇ ਤੁਹਾਨੂੰ ਸਮਝਾਉਣਾ। 4 6 8 9 10, ਚਲੋ ਐਗਜ਼ਾਮਪਲ ਲੈ ਕੇ ਸਮਝਾਉਣਾ। ਦੇਖੋ ਇਹ ਜੋ 4 ਹੈ ਇਸਨੂੰ ਇੱਕ ਤਾਂ ਇੱਕ ਭਾਗ ਦੇ ਸਕਦਾ ਹੈ, ਇੱਕ ਇਸ ਨੂੰ 2 ਜੋ ਹੈ ਭਾਗ ਦੇ ਸਕਦਾ ਹੈ, ਇੱਕ ਇਸ ਨੂੰ ਜੋ ਹੈ 4 ਜੋ ਹੈ ਉਹ ਭਾਗ ਦੇ ਸਕਦਾ ਹੈ, ਠੀਕ ਹੈ। ਇਵੇਂ ਹੀ 6 ਹੈ, ਤਾਂ 6 ਨੂੰ ਇੱਕ ਤਾਂ ਅਸੀਂ ਇੱਕ ਦੇ ਨਾਲ ਭਾਗ ਦੇ ਸਕਦੇ ਹਾਂ, ਇੱਕ ਅਸੀਂ 2 ਦੇ ਨਾਲ ਦੇ ਸਕਦੇ ਹਾਂ, ਇੱਕ ਅਸੀਂ 3 ਦੇ ਨਾਲ ਦੇ ਸਕਦੇ ਹਾਂ, ਇੱਕ ਅਸੀਂ 6 ਦੇ ਨਾਲ ਦੇ ਸਕਦੇ ਹਾਂ, ਠੀਕ ਹੈ। ਇਹਨਾਂ ਚਾਰਾਂ ਦੇ ਨਾਲ ਜੋ ਹੈ ਇਹ ਭਾਗ ਹੋ ਜਾਏਗਾ, ਇਹਨਾਂ ਤਿੰਨਾਂ ਦੇ ਨਾਲ ਜੋ ਹੈ ਜੋ 4 ਹੈ ਉਹ ਜੋ ਹੈ ਭਾਗ ਹੋ ਜਾਏਗਾ। ਤਾਂ ਦੇਖੋ ਹੁਣ 4 ਦੇ ਕਿੰਨੇ ਗੁਣਨਖੰਡ ਆਏ, 3 ਆਏ, 1 2 ਤੇ 4। 6 ਦੇ ਕਿੰਨੇ ਗੁਣਨਖੰਡ ਆਏ, 4 ਆਏ, 1 2 3 ਤੇ 6। ਹੁਣ ਇਹ ਜੋ ਗੁਣਨਖੰਡ ਹੈ ਉਹ 2 ਤੋਂ ਵੱਧ ਹੈ, ਤਾਂ ਉਹ ਸੰਖਿਆਵਾਂ ਜਿਨ੍ਹਾਂ ਦੇ 2 ਤੋਂ ਵੱਧ ਗੁਣਨਖੰਡ ਹੁੰਦੇ ਹੈ ਉਹਨਾਂ ਨੂੰ ਅਸੀਂ ਭਾਜ, ਠੀਕ ਹੈ, ਭਾਜ ਸੰਖਿਆਵਾਂ ਕਹਿੰਦੇ ਹਾਂ। ਤੇ ਇੰਗਲਿਸ਼ ਦੇ ਵਿੱਚ ਇਹਨਾਂ ਨੂੰ ਜੋ ਹੈ ਕੰਪੋਜ਼ਾਈਟ ਨੰਬਰਸ ਵੀ ਜੋ ਹੈ ਕਿਹਾ ਜਾਂਦਾ ਹੈ, ਠੀਕ ਹੈ। ਇਵੇਂ ਹੀ ਅਸੀਂ 8 ਦੇ ਮਤਲਬ 8 ਦਾ ਐਗਜ਼ਾਮਪਲ ਲੈ ਸਕਦੇ ਹਾਂ। 8 ਨੂੰ ਮਤਲਬ ਕਿਹੜੇ ਕਿਹੜੇ ਅੰਕ ਜੋ ਹੈ ਡਿਵਾਈਡ ਕਰ ਸਕਦੇ ਹਾਂ, ਇੱਕ ਤਾਂ 1 ਕਰ ਸਕਦਾ ਹੈ, ਇੱਕ 2 ਕਰ ਸਕਦਾ ਹੈ, ਇੱਕ 4 ਕਰ ਸਕਦਾ ਹੈ, ਇੱਕ 8 ਜੋ ਹੈ ਉਹ ਆਪਣੇ ਟੇਬਲ ਤੇ ਹੋਏਗਾ, ਠੀਕ ਹੈ। ਤਾਂ ਦੇਖੋ 8 ਦੇ ਕਿੰਨੇ ਗੁਣਨਖੰਡ ਹੋਏ, 4 ਹੋਏ, 1 2 4 8। ਤਾਂ ਇਵੇਂ ਦੇ ਜਿੰਨੇ ਵੀ ਅੰਕ ਹੈ ਜਾਂ ਸੰਖਿਆਵਾਂ ਹੈ ਜਿਨ੍ਹਾਂ ਦੇ 2 ਤੋਂ ਵੱਧ ਗੁਣਨਖੰਡ ਹੈ ਉਹਨਾਂ ਨੂੰ ਅਸੀਂ ਭਾਜ ਸੰਖਿਆਵਾਂ ਜੋ ਹੈ ਕਹਿੰਦੇ ਹਾਂ, ਤੇ ਇੰਗਲਿਸ਼ ਦੇ ਵਿੱਚ ਇਹਨਾਂ ਨੂੰ ਜੋ ਹੈ ਕੰਪੋਜ਼ਾਈਟ ਨੰਬਰਸ ਜੋ ਹੈ ਕਿਹਾ ਜਾਂਦਾ ਹੈ। ਹਾਂਜੀ ਇਸ ਤੋਂ ਬਾਅਦ
ਦੇਖੋ ਇਹਨਾਂ ਨੇ ਨਾ ਇੱਕ ਕਾਫੀ ਜੋ ਹੈ ਇਹ ਇੰਪੋਰਟੈਂਟ ਜਿਹਾ ਇੱਕ ਕੁਐਸਚਨ ਦਿੱਤਾ ਹੋਇਆ ਹੈ। ਹੁਣ ਸਵਾਲ ਇਹ ਉੱਠਦਾ ਹੈ ਕਿ ਸੰਖਿਆ ਇੱਕ ਕੀ ਹੈ, ਭਾਜ ਜਾਂ ਅਭਾਜ। ਕਿਉਂਕਿ ਸੰਖਿਆ ਇੱਕ ਦਾ ਸਿਰਫ ਇੱਕ ਹੀ ਗੁਣਨਖੰਡ ਹੈ, ਇਸ ਲਈ ਇਹ ਨਾ ਤਾਂ ਭਾਜ ਹੈ ਅਤੇ ਨਾ ਹੀ ਅਭਾਜ। ਇਹ ਵੀ ਜੋ ਹੈ ਮੈਂ ਸਮਝਾ ਦਿੰਦਾ ਜੀ ਵੀ ਇਸ 'ਚ ਕੀ ਲਿਖਿਆ ਹੈ ਇਹਨਾਂ ਨੇ। ਦੇਖੋ ਜੋ ਸੰਖਿਆ ਇੱਕ ਹੈ, ਹੁਣ ਅਭਾਜ ਸੰਖਿਆ ਵਾਸਤੇ ਜੋ ਕੰਡੀਸ਼ਨ ਹੈ ਵੀ ਦੋ ਗੁਣਨਖੰਡ ਹੋਣੇ ਚਾਹੀਦੇ ਹੈ। ਦੇਖੋ ਇੱਕ ਨੂੰ ਤਾਂ ਸਿਰਫ ਇੱਕ ਹੀ ਡਿਵਾਈਡ ਕਰ ਸਕਦਾ ਹੈ, ਸਮਝ ਰਹੇ ਹੋ ਨਾ। ਹੁਣ ਇੱਕ ਨੂੰ ਜੋ ਹੈ ਇੱਕ ਤੋਂ ਇਲਾਵਾ ਹੋਰ ਕੋਈ ਵੀ ਜੋ ਹੈ ਸੰਖਿਆ ਜਾਂ ਅੰਕ ਜੋ ਹੈ ਡਿਵਾਈਡ ਜਾਂ ਭਾਗ ਨਹੀਂ ਕਰ ਸਕਦਾ। ਤਾਂ ਹੁਣ ਅਭਾਜ ਸੰਖਿਆ ਵਾਲੀ ਜੋ ਡੈਫੀਨੇਸ਼ਨ ਹੈ ਉਸ ਨੂੰ ਦੇਖੀਏ ਤਾਂ ਦੋ ਗੁਣਨਖੰਡ ਹੋਣੇ ਚਾਹੀਦੇ ਹੈ ਅਭਾਜ ਸੰਖਿਆ ਵਾਸਤੇ, ਤੇ ਭਾਜ ਸੰਖਿਆ ਵਾਸਤੇ ਤਾਂ ਦੋ ਤੋਂ ਵੱਧ ਗੁਣਨਖੰਡ ਹੋਣੇ ਚਾਹੀਦੇ ਹੈ। ਹੁਣ ਇੱਕ ਦੇ ਨਾ ਤਾਂ ਦੋ ਗੁਣਨਖੰਡ ਹੈ ਔਰ ਨਾ ਦੋ ਤੋਂ ਵੱਧ ਗੁਣਨਖੰਡ ਹੈ, ਇਸ ਕਰਕੇ ਜੋ ਇੱਕ ਹੈ ਉਹ ਨਾ ਤਾਂ ਅਭਾਜ ਸੰਖਿਆ ਹੈ ਨਾ ਉਹ ਭਾਜ ਸੰਖਿਆ ਹੈ। ਠੀਕ ਹੈ ਵੀ ਜੋ 1 ਹੈ ਉਹ ਨਾ ਤਾਂ ਪ੍ਰਾਈਮ ਨੰਬਰ ਹੈ ਤੇ ਨਾ ਹੀ ਉਹ ਜੋ ਹੈ ਕੰਪੋਜ਼ਿਟ ਨੰਬਰ ਹੈ। ਰੀਜ਼ਨ ਕੀ ਹੈ ਵੀ ਇੰਗਲਿਸ਼ ਦੇ ਵਿੱਚ ਮੈਂ ਦੱਸਾਂ ਤਾਂ ਜੋ 1 ਹੈ ਉਹ 1 ਜੋ ਹੈ ਉਹ ਸਿਰਫ 1 ਤੋਂ ਹੀ ਡਿਵਾਈਡ ਹੁੰਦਾ ਹੈ। ਠੀਕ ਹੈ ਤੇ ਗੁਣਨਖੰਡ ਦੀ ਜੋ ਇੰਗਲਿਸ਼ ਹੁੰਦੀ ਹੈ ਉਹ ਫੈਕਟਰਸ ਹੁੰਦੀ ਹੈ, ਤਾਂ 1 ਦੇ ਸਿਰਫ 1 ਹੀ ਫੈਕਟਰ ਹੈ, ਇੱਕੋ ਹੀ ਫੈਕਟਰ ਹੈ। ਠੀਕ ਹੈ ਤਾਂ ਪ੍ਰਾਈਮ ਨੰਬਰ ਵਾਸਤੇ ਕੰਡੀਸ਼ਨ ਹੈ ਵੀ ਦੋ ਫੈਕਟਰ ਜੋ ਹੈ ਹੋਣੇ ਚਾਹੀਦੇ ਹੈ, ਤਾਂ ਉਸ ਕੰਡੀਸ਼ਨ ਨੂੰ ਇਹ ਜੋ ਹੈ ਸੈਟੀਸਫਾਈ ਨਹੀਂ ਕਰਦਾ ਹੈ। ਕੰਪੋਜ਼ਾਈਟ ਦੇ ਵਿੱਚ ਕੰਡੀਸ਼ਨ ਇਹ ਹੈ ਵੀ ਘੱਟ ਤੋਂ ਘੱਟ ਜੋ ਹੈ ਦੋ ਤੋਂ ਜ਼ਿਆਦਾ ਜੋ ਹੈ ਮਤਲਬ ਗੁਣਨਖੰਡ ਜਾਂ ਫੈਕਟਰਸ ਹੋਣੇ ਚਾਹੀਦੇ ਹੈ, ਤਾਂ ਉਸ ਨੂੰ ਵੀ ਜੋ ਹੈ ਇਹ ਜੋ ਹੈ ਸੈਟੀਸਫਾਈ ਨਹੀਂ ਕਰਦਾ ਹੈ। ਹਾਂਜੀ, ਇਸ ਕਰਕੇ ਜੋ 1 ਹੈ ਉਹ ਨਾ ਤਾਂ ਪ੍ਰਾਈਮ ਹੈ ਤੇ ਨਾ ਹੀ ਕੰਪੋਜ਼ਿਟ ਨੰਬਰ ਹੈ, ਨਾ ਉਹ ਅਭਾਜ ਸੰਖਿਆ ਹੈ ਨਾ ਹੀ ਉਹ ਭਾਜ ਸੰਖਿਆ ਹੈ। ਹਾਂਜੀ, ਅਭਿਆਸ 3.2 ਦੇ ਵਿੱਚ ਇਹਨਾਂ ਨੇ ਸਵਾਲ ਨੰਬਰ 1 ਦੇ ਵਿੱਚ ਕਿਹਾ ਹੈ ਵੀ ਹੇਠਾਂ ਲਿਖੀਆਂ ਸੰਖਿਆਵਾਂ ਦੇ ਸਮੂਹਾਂ ਵਿੱਚੋਂ ਅਭਾਜ ਸੰਖਿਆਵਾਂ ਚੁਣੋ ਅਤੇ ਲਿਖੋ। ਹਾਂਜੀ, ਅਭਾਜ ਸੰਖਿਆ ਵਾਸਤੇ ਹੁਣ ਅਸੀਂ ਕੀ ਵੇਖਣਾ ਹੈ ਵੀ ਜੇਕਰ ਕਿਸੇ ਸੰਖਿਆ ਦੇ ਦੋ ਹੀ ਗੁਣਨਖੰਡ ਆ ਰਹੇ ਨੇ, ਠੀਕ ਹੈ, ਇੱਕ ਤਾਂ 1 ਆਉਣਾ ਚਾਹੀਦਾ ਹੈ ਤੇ ਇੱਕ ਉਹ ਸੰਖਿਆ ਖੁਦ ਆਉਣੀ ਚਾਹੀਦੀ ਹੈ। ਠੀਕ ਹੈ, ਦੋ ਗੁਣਨਖੰਡ ਤੋਂ ਭਾਵ ਕੀ ਹੈ ਵੀ ਉਹ ਸੰਖਿਆ ਜੋ ਹੈ ਇੱਕ ਤਾਂ ਇੱਕ ਨਾਲ ਭਾਗ ਹੋਣੀ ਚਾਹੀਦੀ ਹੈ, ਇੱਕ ਉਹ ਸੰਖਿਆ ਆਪਣੇ ਹੀ ਨੰਬਰ ਦੇ ਨਾਲ ਆਪਣੇ ਹੀ ਅੰਕ ਦੇ ਨਾਲ ਜੋ ਹੈ ਭਾਗ ਹੋਣੀ ਚਾਹੀਦੀ ਹੈ। ਬਸ ਇਸ ਤੋਂ ਇਲਾਵਾ ਹੋਰ ਕਿਸੇ ਵੀ ਅੰਕ ਤੋਂ ਸੰਖਿਆ ਤੋਂ ਉਹ ਜੋ ਸੰਖਿਆ ਹੈ ਡਿਵਾਈਡ ਜਾਂ ਭਾਗ ਨਹੀਂ ਹੋਣੀ ਚਾਹੀਦੀ। ਹਾਂਜੀ, ਇਹਨਾਂ ਨੇ ਅਭਾਜ ਸੰਖਿਆ ਕਿਹਾ ਹੈ। ਹੁਣ ਜੋ 12 ਹੈ ਉਸ ਨੂੰ ਦੇਖੋ ਇੱਕ ਤਾਂ 1 ਡਿਵਾਈਡ ਕਰੇਗਾ, ਠੀਕ ਹੈ, ਇੱਕ ਜੋ ਹੈ 2 ਵੀ ਜੋ ਹੈ 12 ਨੂੰ ਜੋ ਹੈ ਭਾਗ ਦੇ ਸਕਦਾ ਹੈ, 2 ਛਿਕੇ 12 ਹੁੰਦਾ ਹੈ, 3 ਵੀ ਭਾਗ ਦੇ ਸਕਦਾ ਹੈ, 3 ਚੌਕੇ 12 ਹੁੰਦਾ ਹੈ, 4 ਵੀ ਭਾਗ ਦੇ ਸਕਦਾ ਹੈ, 4 ਤੀਏ 12 ਹੁੰਦਾ ਹੈ, 6 ਵੀ ਭਾਗ ਦੇ ਸਕਦਾ ਹੈ। ਤਾਂ ਇਸ ਦੇ ਤਾਂ ਦੋ ਤੋਂ ਮਤਲਬ ਕਈ ਸਾਰੇ ਜੋ ਹੈ ਜ਼ਿਆਦਾ ਜੋ ਹੈ ਵੱਧ ਜੋ ਹੈ ਗੁਣਨਖੰਡ ਆ ਰਹੇ ਹੈ, ਤਾਂ 12 ਜੋ ਹੈ ਉਹ ਅਭਾਜ ਸੰਖਿਆ ਨਹੀਂ ਹੈ। ਹਾਂਜੀ, ਹੁਣ ਅਗਲਾ ਹੈ ਜੀ 8। 8 ਨੂੰ ਦੇਖੋ ਇੱਕ ਤਾਂ ਅਸੀਂ ਇੱਕ ਦੇ ਨਾਲ ਭਾਗ ਦੇ ਸਕਦੇ ਹਾਂ, ਇੱਕ 2 ਨਾਲ ਦੇ ਸਕਦੇ ਹਾਂ, 2 ਚੌਕੇ 8 ਹੋ ਗਿਆ, ਇੱਕ 4 ਨਾਲ ਦੇ ਸਕਦੇ ਹਾਂ, 4 ਦੂਣੀ 8 ਹੋ ਗਿਆ। ਠੀਕ ਹੈ, ਤਾਂ ਇਸ ਦੇ ਵੀ ਜੋ ਹੈ ਦੋ ਤੋਂ ਵੱਧ ਜੋ ਹੈ ਉਹ ਗੁਣਨਖੰਡ ਆ ਰਹੇ ਹੈ, ਤਾਂ ਇਹ ਵੀ ਜੋ ਹੈ ਅਭਾਜ ਸੰਖਿਆ ਨਹੀਂ ਹੈ। ਹਾਂਜੀ, ਅੱਗੇ ਹੈ 5। 5 ਨੂੰ ਇੱਕ ਤਾਂ ਅਸੀਂ ਦੇਖੋ ਇੱਕ ਦੇ ਨਾਲ ਡਿਵਾਈਡ ਕਰ ਸਕਦੇ ਹਾਂ ਤੇ ਇੱਕ 5 ਦੇ ਨਾਲ ਹੀ ਜੋ ਹੈ ਭਾਗ ਦੇ ਸਕਦੇ ਹਾਂ, ਤਾਂ 5 ਦੇ ਸਿਰਫ ਦੋ ਹੀ ਗੁਣਨਖੰਡ ਹੈ, 1 ਅਤੇ 5। ਇਸ ਕਰਕੇ ਜੋ 5 ਹੈ ਉਹ ਜੋ ਹੈ ਅਭਾਜ ਸੰਖਿਆ ਹੈ। 7 ਜੋ ਹੈ ਉਹ ਵੀ ਜੋ ਹੈ ਅਭਾਜ ਸੰਖਿਆ ਹੈ, ਕਿਉਂਕਿ 7 ਨੂੰ ਜਾਂ ਤਾਂ ਅਸੀਂ ਇੱਕ ਦੇ ਨਾਲ ਭਾਗ ਕਰ ਸਕਦੇ ਹਾਂ ਜਾਂ 7 ਦੇ ਨਾਲ ਹੀ ਭਾਗ ਕਰ ਸਕਦੇ ਹਾਂ। ਠੀਕ ਹੈ, ਤਾਂ 7 ਦੇ ਵੀ ਜੋ ਹੈ ਸਿਰਫ ਦੋ ਹੀ ਗੁਣਨਖੰਡ ਹੈ, 1 ਤੇ 7, ਇਸ ਕਰਕੇ 7 ਵੀ ਜੋ ਹੈ ਉਹ ਅਭਾਜ ਸੰਖਿਆ ਹੈ। ਹਾਂਜੀ, ਅੱਗੇ ਹੈ ਜੀ 6। 6 ਨੂੰ ਅਸੀਂ ਦੇਖੋ ਇੱਕ ਦੇ ਨਾਲ ਵੀ ਭਾਗ ਕਰ ਸਕਦੇ ਹਾਂ, 2 ਨਾਲ ਵੀ ਕਰ ਸਕਦੇ ਹਾਂ, 3 ਨਾਲ ਵੀ ਕਰ ਸਕਦੇ ਹਾਂ ਤੇ 6 ਨਾਲ ਵੀ ਕਰ ਸਕਦੇ ਹਾਂ। ਤਾਂ ਅਭਾਜ ਸੰਖਿਆ ਵਾਸਤੇ ਜੋ ਕੰਡੀਸ਼ਨ ਹੈ, ਹਾਂਜੀ, ਤਾਂ
ਜੋ 6 ਦੇ ਜੋ ਗੁਣਨਖੰਡ ਹੈ ਉਹ 2 ਤੋਂ ਵੱਧ ਆ ਰਹੇ ਹੈ, ਤਾਂ ਇਸ ਕਰਕੇ ਜੋ 6 ਹੈ ਉਹ ਅਭਾਜ ਸੰਖਿਆ ਨਹੀਂ ਹੋ ਸਕਦਾ। ਹਾਂਜੀ, ਅੱਗੇ ਜੋ ਹੈ 3 ਹੈ। 3 ਨੂੰ ਇੱਕ ਤਾਂ ਇੱਕ ਜੋ ਹੈ ਭਾਗ ਦੇਗਾ ਤੇ ਇੱਕ 3 ਹੀ ਜੋ ਹੈ ਭਾਗ ਦੇ ਸਕਦਾ ਹੈ। ਇਸ ਤੋਂ ਇਲਾਵਾ ਹੋਰ ਕੋਈ ਵੀ ਜੋ ਹੈ ਸੰਖਿਆ ਜਾਂ ਅੰਕ ਨਹੀਂ ਹੈ ਜੋ 3 ਨੂੰ ਜੋ ਹੈ ਉਹ ਭਾਗ ਕਰ ਸਕੇ, ਤਾਂ 3 ਜੋ ਹੈ ਉਹ ਅਭਾਜ ਸੰਖਿਆ ਹੈ। ਹਾਂਜੀ, ਅੱਗੇ ਬੀ ਪਾਰਟ ਦੇ ਵਿੱਚ 2 ਹੈ। 2 ਨੂੰ ਵੀ ਅਸੀਂ ਜੋ ਹੈ ਸਿਰਫ 1 ਦੇ ਨਾਲ ਤੇ 2 ਦੇ ਨਾਲ ਜੋ ਹੈ ਭਾਗ ਕਰ ਸਕਦੇ ਹਾਂ, ਤਾਂ ਇਸ ਕਰਕੇ ਇਹ ਵੀ ਜੋ ਹੈ ਹਾਂਜੀ ਅਭਾਜ ਸੰਖਿਆ ਜੋ ਹੈ। ਹਾਂਜੀ, ਅੱਗੇ 9 ਹੈ। 9 ਨੂੰ ਅਸੀਂ 1 ਦੇ ਨਾਲ ਭਾਗ ਕਰ ਸਕਦੇ ਹਾਂ, 3 ਦੇ ਨਾਲ ਕਰ ਸਕਦੇ ਹਾਂ ਤੇ 9 ਦੇ ਨਾਲ ਕਰ ਸਕਦੇ ਹਾਂ, ਤਾਂ ਇਸ ਦੇ 2 ਤੋਂ ਵੱਧ ਗੁਣਨਖੰਡ ਆ ਰਹੇ ਹੈ, ਇਸ ਕਰਕੇ ਇਹ ਜੋ ਹੈ ਅਭਾਜ ਸੰਖਿਆ ਨਹੀਂ ਹੈ। 11 ਜੋ ਹੈ ਉਹ ਇੱਕ ਤਾਂ 1 ਨਾਲ ਜੋ ਹੈ ਭਾਗ ਹੋਏਗਾ ਜਾਂ 11 ਆਪਣੇ ਹੀ ਅੰਕ ਮੀਨਸ ਮਤਲਬ ਵੀ 11 ਦੇ ਨਾਲ ਹੀ ਜੋ ਹੈ ਭਾਗ ਹੋ ਸਕਦਾ ਹੈ, ਤਾਂ ਸਿਰਫ ਇਹਦੇ 2 ਹੀ ਗੁਣਨਖੰਡ ਹੈ 1 ਅਤੇ 11, ਤਾਂ 11 ਜੋ ਹੈ ਉਹ ਅਭਾਜ ਸੰਖਿਆ ਹੈ। ਹਾਂਜੀ, 13 ਵੀ ਜੋ ਹੈ ਉਹ ਜਾਂ ਤਾਂ 1 ਨਾਲ ਭਾਗ ਹੁੰਦਾ ਹੈ ਜਾਂ 13 ਆਪਣੇ ਹੀ ਅੰਕ ਦੇ ਨਾਲ 13 ਦੇ ਨਾਲ ਹੀ ਜੋ ਹੈ ਭਾਗ ਹੁੰਦਾ ਹੈ, ਤਾਂ ਇਹ ਵੀ ਜੋ ਹੈ ਅਭਾਜ ਸੰਖਿਆ ਹੈ। 16 ਦੇਖੋ 16 ਜੋ ਹੈ 1 ਨਾਲ ਵੀ ਭਾਗ ਹੋ ਸਕਦਾ ਹੈ, 2 ਨਾਲ ਵੀ ਹੋ ਸਕਦਾ ਹੈ, 4 ਨਾਲ ਵੀ ਹੋ ਸਕਦਾ ਹੈ ਤੇ 8 ਨਾਲ ਵੀ ਹੋ ਸਕਦਾ ਹੈ, ਠੀਕ ਹੈ, ਤੇ 16 ਆਪਣੇ ਅੰਕ ਦੇ ਨਾਲ ਤਾਂ ਹੋਏਗਾ ਹੀ, ਤਾਂ ਇਹਦੇ 2 ਤੋਂ ਵੱਧ ਗੁਣਨਖੰਡ ਹੈ, ਇਸ ਕਰਕੇ ਇਹ ਜੋ ਹੈ ਅਭਾਜ ਸੰਖਿਆ ਨਹੀਂ ਹੈ। ਹਾਂਜੀ, 21 ਜੋ ਹੈ 21 ਜੋ ਹੈ 1 ਨਾਲ ਵੀ ਭਾਗ ਹੋ ਸਕਦਾ ਹੈ, 3 ਨਾਲ ਵੀ ਹੋ ਸਕਦਾ ਹੈ, 7 ਨਾਲ ਵੀ ਹੋ ਸਕਦਾ ਹੈ ਤੇ 21 ਜੋ ਹੈ ਆਪਣੇ ਅੰਕ 21 ਦੇ ਨਾਲ ਤਾਂ ਭਾਗ ਹੋਏਗਾ ਹੀ, ਤਾਂ 21 ਦੇ ਵੀ ਜੋ ਹੈ 2 ਤੋਂ ਵੱਧ ਜੋ ਹੈ ਗੁਣਨਖੰਡ ਆ ਰਹੇ ਹੈ, ਤਾਂ ਇਹ ਜੋ ਹੈ ਅਭਾਜ ਸੰਖਿਆ ਨਹੀਂ ਹੈ। ਹਾਂਜੀ, ਅੱਗੇ ਹੈ ਜੀ ਸੀ ਪਾਰਟ, ਇਹਦੇ ਵਿੱਚ 10 ਹੈ ਪਹਿਲਾ ਅੰਕ। ਹਾਂਜੀ, 10 ਜੋ ਹੈ 1 ਨਾਲ ਭਾਗ ਹੋ ਸਕਦਾ ਹੈ, 2 ਨਾਲ ਹੋ ਸਕਦਾ ਹੈ, 5 ਨਾਲ ਹੋ ਸਕਦਾ ਹੈ, 10 ਆਪਣੇ ਅੰਕ ਨਾਲ ਹੋਏਗਾ, ਤਾਂ ਇਸ ਦੇ 2 ਤੋਂ ਵੱਧ ਗੁਣਨਖੰਡ ਆ ਰਹੇ ਹੈ, ਇਹ ਵੀ ਜੋ ਹੈ ਅਭਾਜ ਸੰਖਿਆ ਨਹੀਂ ਹੈ। ਹਾਂਜੀ, 5 ਜੋ ਹੈ 1 ਨਾਲ ਭਾਗ ਹੋ ਸਕਦਾ ਹੈ ਔਰ 5 ਜੋ ਹੈ 5 ਨਾਲ ਜੋ ਹੈ ਭਾਗ ਹੋ ਸਕਦਾ ਹੈ, ਤਾਂ ਇਹ ਜੋ ਹੈ ਅਭਾਜ ਸੰਖਿਆ ਜੋ ਹੈ। ਹਾਂਜੀ, 25 ਜੋ ਹੈ 1 ਨਾਲ 5 ਨਾਲ ਤੇ 25 ਨਾਲ, ਠੀਕ ਹੈ, ਇਹਨਾਂ ਅੰਕਾਂ ਨਾਲ ਜੋ ਹੈ ਇਹ ਭਾਗ ਹੁੰਦਾ ਹੈ, 2 ਤੋਂ ਵੱਧ ਜੋ ਹੈ ਗੁਣਨਖੰਡ ਆ ਰਹੇ ਹੈ, ਤਾਂ ਇਸ ਕਰਕੇ ਇਹ ਜੋ ਹੈ ਅਭਾਜ ਸੰਖਿਆ ਨਹੀਂ ਹੈ। 35 ਜੋ ਹੈ 1 ਨਾਲ 5 ਨਾਲ 7 ਨਾਲ ਤੇ 35 ਨਾਲ, ਠੀਕ ਹੈ, ਇਹਨਾਂ ਅੰਕਾਂ ਦੇ ਨਾਲ ਜੋ ਹੈ ਭਾਗ ਹੋ ਜਾਂਦਾ ਹੈ, 2 ਤੋਂ ਵੱਧ ਗੁਣਨਖੰਡ ਆ ਰਹੇ ਹੈ, ਇਸ ਕਰਕੇ ਇਹ ਵੀ ਜੋ ਹੈ ਅਭਾਜ ਸੰਖਿਆ ਨਹੀਂ ਹੈ। ਹਾਂਜੀ, 42 ਵੀ ਜੋ ਹੈ ਇਸ ਦੇ ਵੀ ਜੋ ਹੈ 2 ਤੋਂ ਵੱਧ ਗੁਣਨਖੰਡ ਹੈ, 1 ਨਾਲ ਭਾਗ ਹੋ ਜਾਂਦਾ ਹੈ, 2 ਨਾਲ ਹੋ ਜਾਂਦਾ ਹੈ, 3 ਨਾਲ ਵੀ ਭਾਗ ਹੋ ਜਾਂਦਾ ਹੈ, 4 ਨਾਲ ਨਹੀਂ, 6 ਨਾਲ ਭਾਗ ਹੋ ਜਾਂਦਾ ਹੈ ਤੇ 7 ਨਾਲ ਵੀ ਭਾਗ ਹੋ ਜਾਂਦਾ ਹੈ, ਤੇ ਇਸ ਤੋਂ ਬਾਅਦ 14 ਨਾਲ ਭਾਗ ਹੋ ਜਾਂਦਾ ਹੈ, 14 ਤੀਏ 42 ਹੁੰਦਾ ਹੈ, ਠੀਕ ਹੈ। ਹਾਂਜੀ, ਤਾਂ 42 ਦੇ 2 ਤੋਂ ਵੱਧ ਗੁਣਨਖੰਡ ਹੈ, ਤਾਂ ਇਸ ਕਰਕੇ ਇਹ ਜੋ ਹੈ ਅਭਾਜ ਸੰਖਿਆ ਨਹੀਂ ਹੈ। ਹਾਂਜੀ, 33 ਜੋ ਹੈ 1 ਨਾਲ ਭਾਗ ਹੋ ਜਾਂਦਾ ਹੈ, 3 ਨਾਲ ਭਾਗ ਹੋ ਜਾਂਦਾ ਹੈ ਤੇ 11 ਨਾਲ ਭਾਗ ਹੋ ਜਾਂਦਾ ਹੈ, ਤੇ 33 ਜੋ ਹੈ ਆਪਣੇ ਅੰਕ ਆਪਣੇ ਪਹਾੜੇ ਤੇ ਤਾਂ ਭਾਗ ਹੋਏਗਾ ਹੀ, ਠੀਕ ਹੈ, ਤਾਂ ਇਸ ਕਰਕੇ ਇਹ ਵੀ ਜੋ ਹੈ ਅਭਾਜ ਸੰਖਿਆ ਨਹੀਂ ਹੈ। ਤਾਂ ਸੀ ਪਾਰਟ ਦੇ ਵਿੱਚ ਸਿਰਫ ਇੱਕੋ 5 ਹੀ ਹੈ ਜੋ ਕਿ ਅਭਾਜ ਸੰਖਿਆ ਹੈ, ਇਸ ਤੋਂ ਇਲਾਵਾ 10 25 35 42 ਤੇ 33 ਇਹ ਜੋ ਹੈ ਅਭਾਜ ਸੰਖਿਆਵਾਂ ਨਹੀਂ ਹਨ। ਹਾਂਜੀ, ਅੱਗੇ ਡੀ ਪਾਰਟ ਦੇ ਵਿੱਚ 18 ਹੈ। 18 1 ਨਾਲ ਭਾਗ ਹੋ ਸਕਦਾ ਹੈ, 2 ਨਾਲ ਹੋ ਸਕਦਾ ਹੈ, 3 ਨਾਲ ਹੋ ਸਕਦਾ ਹੈ, 6 ਨਾਲ ਹੋ ਸਕਦਾ ਹੈ, ਠੀਕ ਹੈ, 2 ਤੋਂ ਵੱਧ ਗੁਣਨਖੰਡ ਆ ਰਹੇ ਹੈ, ਤਾਂ ਅਭਾਜ ਸੰਖਿਆ ਨਹੀਂ ਹੈ। ਹਾਂਜੀ, 41 ਜੋ ਹੈ ਸਿਰਫ 1 ਨਾਲ ਭਾਗ ਹੋਏਗਾ ਤੇ 41 ਜੋ ਹੈ ਆਪਣੇ ਹੀ ਪਹਾੜੇ ਤੇ ਜੋ ਹੈ ਇਹ ਜੋ ਹੈ ਭਾਗ ਹੁੰਦਾ ਹੈ 41 ਤੇ, ਠੀਕ ਹੈ, ਤਾਂ ਇਹ ਜੋ ਹੈ ਅਭਾਜ ਸੰਖਿਆ ਹੈ। ਹਾਂਜੀ, 23 ਵੀ ਜੋ ਹੈ 1 ਨਾਲ ਭਾਗ ਹੁੰਦਾ ਹੈ ਜਾਂ 23 ਜੋ ਹੈ ਉਹ 23 ਨਾਲ ਹੀ ਭਾਗ ਹੁੰਦਾ ਹੈ, ਠੀਕ ਹੈ, ਤਾਂ ਇਸ ਦੇ ਵੀ ਸਿਰਫ 2 ਹੀ ਗੁਣਨਖੰਡ ਹੈ, ਤਾਂ ਇਹ ਵੀ ਜੋ ਹੈ ਅਭਾਜ ਸੰਖਿਆ ਹੈ। ਹਾਂਜੀ, 17 ਵੀ ਜੋ ਹੈ ਜਾਂ ਤਾਂ 1 ਨਾਲ ਭਾਗ ਹੋਏਗਾ ਜਾਂ 17 ਨਾਲ ਹੀ ਜੋ ਹੈ ਭਾਗ ਹੋਏਗਾ, ਸਿਰਫ 2 ਹੀ ਗੁਣਨਖੰਡ ਹੈ, ਤਾਂ ਅਭਾਜ ਸੰਖਿਆ ਜੋ ਹੈ 17 ਹੈ। 19 ਜੋ ਹੈ ਇਹ ਵੀ ਜੋ ਹੈ 1 ਦੇ ਨਾਲ ਜਾਂ ਤਾਂ ਭਾਗ ਹੋਏਗਾ ਜਾਂ 19 ਦੇ ਨਾਲ ਹੀ ਜੋ ਹੈ ਭਾਗ ਹੋਏਗਾ, ਤਾਂ ਇਹ ਵੀ ਜੋ ਹੈ 19 ਅਭਾਜ ਸੰਖਿਆ ਹੈ। ਹਾਂਜੀ, 27 ਜੋ ਹੈ 1 ਨਾਲ ਵੀ ਭਾਗ ਹੋ ਸਕਦਾ ਹੈ, 3 ਨਾਲ ਵੀ ਹੋ ਸਕਦਾ ਹੈ, 9 ਨਾਲ ਵੀ ਹੋ ਸਕਦਾ ਹੈ, ਤੇ 27 ਆਪਣੇ ਜੋ ਅੰਕ ਹੈ 27 ਦੇ ਨਾਲ ਤਾਂ ਭਾਗ ਹੋਏਗਾ ਹੀ, ਤਾਂ 2 ਤੋਂ ਵੱਧ ਗੁਣਨਖੰਡ ਆ ਰਹੇ हैं, ਤਾਂ 27 ਜੋ ਹੈ ਉਹ ਅਭਾਜ ਸੰਖਿਆ ਨਹੀਂ ਹੈ।
ਹਾਂਜੀ, ਈ ਪਾਰਟ ਦੇ ਵਿੱਚ ਵੀ ਸਟਾਰਟਿੰਗ ਦੇ ਵਿੱਚ 27 ਦੇ ਰੱਖਿਆ ਹੈ, ਤਾਂ 27 ਦੇ 2 ਤੋਂ ਵੱਧ ਗੁਣਨਖੰਡ ਹੈ, ਤਾਂ ਇਸ ਕਰਕੇ ਜੋ 27 ਹੈ ਉਹ ਤਾਂ ਅਭਾਜ ਸੰਖਿਆ ਨਹੀਂ ਹੈ। ਹਾਂਜੀ, ਅੱਗੇ ਹੈ ਜੀ 29। 29 ਦੇਖੋ, ਜਾਂ ਤਾਂ ਇੱਕ ਨਾਲ ਭਾਗ ਹੁੰਦਾ ਹੈ ਜਾਂ ਆਪਣੇ ਹੀ ਅੰਕ 29 ਤੇ ਜੋ ਹੈ ਇਹ ਭਾਗ ਹੁੰਦਾ ਹੈ। ਇਸ ਤੋਂ ਇਲਾਵਾ ਇਹ ਹੋਰ ਕਿਸੇ ਵੀ ਪਹਾੜੇ ਤੇ ਜਾਂ ਟੇਬਲ ਤੇ ਜੋ ਹੈ ਨਹੀਂ ਜਾਂਦਾ ਹੈ, ਠੀਕ ਹੈ। ਤਾਂ 29 ਜੋ ਹੈ ਉਹ ਅਭਾਜ ਸੰਖਿਆ ਹੈ, ਇਸ ਦੇ ਸਿਰਫ ਦੋ ਹੀ ਗੁਣਨਖੰਡ ਹੈ। ਹਾਂਜੀ, 37 ਵੀ ਜੋ ਹੈ ਉਹ ਅਭਾਜ ਸੰਖਿਆ ਹੈ। ਉਹਦਾ ਕਾਰਨ ਕੀ ਹੈ ਵੀ ਜਾਂ ਤਾਂ 37 ਇੱਕ ਨਾਲ ਜੋ ਹੈ ਭਾਗ ਹੁੰਦਾ ਹੈ ਜਾਂ 37 ਨਾਲ ਹੀ ਭਾਗ ਹੁੰਦਾ ਹੈ। ਹਾਂਜੀ, 47 ਵੀ ਜੋ ਹੈ ਉਹ ਅਭਾਜ ਸੰਖਿਆ ਹੈ, ਕਿਉਂਕਿ 47 ਵੀ ਜੋ ਹੈ ਉਹ ਜਾਂ ਤਾਂ ਇੱਕ ਨਾਲ ਭਾਗ ਹੁੰਦਾ ਹੈ ਜਾਂ ਉਹ ਜੋ ਹੈ 47 ਨਾਲ ਹੀ ਜੋ ਹੈ ਭਾਗ ਹੁੰਦਾ ਹੈ, ਠੀਕ ਹੈ। ਤਾਂ 47 ਵੀ ਜੋ ਹੈ ਉਹ ਅਭਾਜ ਸੰਖਿਆ ਹੈ। ਹਾਂਜੀ, ਅੱਗੇ 49 ਹੈ। 49 ਜੋ ਹੈ ਉਹ ਅਭਾਜ ਸੰਖਿਆ ਨਹੀਂ ਹੈ। ਉਹਦਾ ਕਾਰਨ ਕੀ ਹੈ ਵੀ 49 ਇੱਕ ਤਾਂ ਇੱਕ ਨਾਲ ਭਾਗ ਹੁੰਦਾ ਹੈ, ਇੱਕ ਇਹ 7 ਦੇ ਉੱਪਰ ਵੀ ਜੋ ਹੈ ਭਾਗ ਹੁੰਦਾ ਹੈ, 7 ਸੱਤੇ 49 ਹੁੰਦਾ ਹੈ, ਠੀਕ ਹੈ। ਤਾਂ 49 ਦੇ ਦੋ ਤੋਂ ਵੱਧ ਜੋ ਹੈ ਗੁਣਨਖੰਡ ਆ ਰਹੇ ਹੈ, 1 7 ਤੇ 49 ਜੋ ਹੈ ਆਪਣੇ ਪਹਾੜੇ ਤੇ ਤਾਂ ਜਾਏਗਾ ਹੀ, ਠੀਕ ਹੈ। ਤਾਂ ਦੋ ਤੋਂ ਵੱਧ ਜੋ ਹੈ ਗੁਣਨਖੰਡ ਆ ਰਹੇ ਹੈ, ਤਾਂ 49 ਜੋ ਹੈ ਉਹ ਅਭਾਜ ਸੰਖਿਆ ਨਹੀਂ ਹੈ। ਹਾਂਜੀ, ਅਗਲਾ ਹੈ ਜੀ 39। 39 ਵੀ ਜੋ ਹੈ ਉਹ ਅਭਾਜ ਸੰਖਿਆ ਨਹੀਂ ਹੈ। ਉਹਦਾ ਕਾਰਨ ਕੀ ਹੈ ਵੀ 39 ਜੋ ਹੈ ਉਹ ਇੱਕ ਨਾਲ ਭਾਗ ਹੋ ਜਾਂਦਾ ਹੈ, 3 ਨਾਲ ਵੀ ਹੋ ਜਾਂਦਾ ਹੈ, ਠੀਕ ਹੈ। 3 ਨਾਲ ਇਹ ਜੋ ਹੈ 13 ਦੇ ਉੱਪਰ ਭਾਗ ਹੁੰਦਾ ਹੈ, ਅਤੇ ਇੱਕ 13 ਦੇ ਪਹਾੜੇ 'ਤੇ ਵੀ ਆਉਂਦਾ ਹੈ, 13 ਤੀਏ 39, ਅਤੇ ਇਸ ਤੋਂ ਇਲਾਵਾ ਇਹ 39 ਦੇ ਪਹਾੜੇ 'ਤੇ ਜਾਏਗਾ, ਠੀਕ ਹੈ। ਤਾਂ ਦੋ ਤੋਂ ਵੱਧ ਗੁਣਨਖੰਡ ਆ ਰਹੇ ਹੈ, 1 3 13 ਅਤੇ 39, ਅਤੇ ਦੋ ਤੋਂ ਵੱਧ ਗੁਣਨਖੰਡ ਆ ਰਹੇ ਤਾਂ ਇਸ ਕਰਕੇ ਇਹ ਜੋ ਹੈ ਅਭਾਜ ਸੰਖਿਆ ਨਹੀਂ ਹੈ। ਅਭਾਜ ਸੰਖਿਆ ਵਾਸਤੇ ਬਸ ਅਸੀਂ ਇਹੀ ਦੇਖਣਾ ਹੈ ਵੀ ਸਿਰਫ ਦੋ ਹੀ ਗੁਣਨਖੰਡ ਆ ਰਹੇ ਹੋਣ, ਠੀਕ ਹੈ, ਕਿਸੇ ਵੀ ਸੰਖਿਆ ਦੇ। ਇੱਕ ਤਾਂ ਇੱਕ ਹੋ ਗਿਆ, 1 ਹੋ ਗਿਆ, ਅਤੇ ਇੱਕ ਉਹ ਸੰਖਿਆ ਖੁਦ ਹੋ ਗਈ, ਠੀਕ ਹੈ। ਬਸ ਇਹ ਦੋ ਹੀ ਗੁਣਨਖੰਡ ਹੋਣੇ ਚਾਹੀਦੇ ਹੈ, ਤਾਂ ਫਿਰ ਅਭਾਜ ਸੰਖਿਆ ਅਸੀਂ ਉਸ ਸੰਖਿਆ ਨੂੰ ਕਹਿ ਸਕਦੇ ਹਾਂ। ਅਦਰਵਾਈਜ਼ ਨਹੀਂ ਤਾਂ ਫਿਰ ਉਹ ਅਭਾਜ ਸੰਖਿਆ ਜੋ ਹੈ ਨਹੀਂ ਹੁੰਦੀ ਹੈ। ਹਾਂਜੀ, ਸਵਾਲ ਨੰਬਰ 2 ਦੇ ਵਿੱਚ ਇਹਨਾਂ ਨੇ ਕਿਹਾ ਹੈ, ਹੇਠਾਂ ਲਿਖੀਆਂ ਸੰਖਿਆਵਾਂ ਦੇ ਸਮੂਹਾਂ ਵਿੱਚੋਂ ਭਾਜ ਸੰਖਿਆਵਾਂ ਚੁਣੋ ਅਤੇ ਲਿਖੋ। ਹੁਣ ਸਾਨੂੰ ਭਾਜ ਸੰਖਿਆਵਾਂ ਜੋ ਹੈ ਉਹ ਚੁਣਨੀਆਂ ਤੇ ਲਿਖਣੀਆਂ ਹੈ, ਠੀਕ ਹੈ। ਤਾਂ ਭਾਜ ਸੰਖਿਆਵਾਂ ਵਾਸਤੇ ਅਸੀਂ ਕੀ ਵੇਖਣਾ ਹੈ ਵੀ ਦੋ ਤੋਂ ਵੱਧ ਗੁਣਨਖੰਡ ਹੋਣੇ ਚਾਹੀਦੇ ਹੈ, ਠੀਕ ਹੈ। ਹਾਂਜੀ, ਪਹਿਲੀ ਸੰਖਿਆ ਹੈ ਜੀ ਏ ਪਾਰਟ ਦੇ ਵਿੱਚ 14 ਹੈ, ਠੀਕ ਹੈ। ਦੇਖੋ 14 ਜੋ ਹੈ ਉਹ ਇੱਕ ਨਾਲ ਵੀ ਭਾਗ ਹੋ ਜਾਂਦਾ ਹੈ, ਦੋ ਨਾਲ ਵੀ ਹੋ ਜਾਂਦਾ ਹੈ, 2 ਸੱਤੇ 14, ਠੀਕ ਹੈ। ਅਤੇ ਇਸ ਤੋਂ ਇਲਾਵਾ ਇੱਕ ਮਿੰਟ ਜ਼ਰਾ, ਜਸਟ 1 ਮਿੰਟ। ਹਾਂਜੀ, ਦੇਖੋ ਜੋ ਏ ਪਾਰਟ ਦੇ ਵਿੱਚ ਜੋ 14 ਹੈ ਉਹ ਜੋ ਹੈ ਇੱਕ ਨਾਲ ਵੀ ਜੋ ਹੈ ਭਾਗ ਹੋ ਜਾਂਦਾ ਹੈ, ਠੀਕ ਹੈ, ਦੋ ਨਾਲ ਵੀ ਹੋ ਜਾਂਦਾ ਹੈ, ਇਸ ਤੋਂ ਇਲਾਵਾ 7 ਨਾਲ ਵੀ ਹੋ ਜਾਂਦਾ ਹੈ, ਅਤੇ 14 ਜੋ ਹੈ ਉਹ ਆਪਣੇ ਪਹਾੜੇ 'ਤੇ ਤਾਂ ਜੋ ਹੈ ਆਉਂਦਾ ਹੀ ਹੈ, ਠੀਕ ਹੈ। ਹਾਂਜੀ, ਤਾਂ ਇਸ ਦੇ ਦੋ ਤੋਂ ਵੱਧ ਜੋ ਹੈ ਗੁਣਨਖੰਡ ਹੈ, ਇਸ ਕਰਕੇ ਇਹ ਜੋ ਹੈ ਭਾਜ ਸੰਖਿਆ ਜੋ ਹੈ ਉਹ ਹੈ। ਹਾਂਜੀ, ਅੱਗੇ ਹੈ 7। 7 ਜੋ ਹੈ ਸਿਰਫ ਜਾਂ ਤਾਂ ਇੱਕ ਨਾਲ ਜੋ ਹੈ ਭਾਗ ਹੁੰਦਾ ਹੈ ਜਾਂ 7 ਜੋ ਹੈ ਆਪਣੇ ਹੀ ਅੰਕ 7 ਨਾਲ ਹੀ ਜੋ ਹੈ ਭਾਗ ਹੁੰਦਾ ਹੈ। ਤਾਂ ਇਸ ਦੇ ਦੋ ਤੋਂ ਵੱਧ ਜੋ ਹੈ ਗੁਣਨਖੰਡ ਨਹੀਂ ਹੈ, ਇਸ ਕਰਕੇ ਇਹ ਜੋ ਹੈ ਭਾਜ ਸੰਖਿਆ ਨਹੀਂ ਹੈ। ਹਾਂਜੀ, 9 ਦੇ ਵੀ ਜੋ ਹੈ ਦੋ ਤੋਂ ਵੱਧ ਗੁਣਨਖੰਡ ਹੈ, 1 ਹੈ, 3 ਹੈ ਅਤੇ 9 ਹੈ, ਠੀਕ ਹੈ। ਦੋ ਤੋਂ ਵੱਧ ਗੁਣਨਖੰਡ ਹੈ ਨਾ, ਇੱਕ ਨਾਲ ਵੀ ਭਾਗ ਹੋ ਜਾਂਦਾ ਹੈ, 3 ਨਾਲ ਵੀ ਹੋ ਜਾਂਦਾ ਹੈ, 3 ਤੀਏ 9, ਅਤੇ 9 ਆਪਣੇ ਪਹਾੜੇ ਨਾਲ ਤਾਂ ਭਾਗ ਹੁੰਦਾ ਹੀ ਹੈ, ਠੀਕ ਹੈ। ਤਾਂ ਦੋ ਤੋਂ ਵੱਧ ਗੁਣਨਖੰਡ ਹੈ, ਤਾਂ ਇਸ ਕਰਕੇ ਇਹ ਜੋ ਹੈ ਭਾਜ ਸੰਖਿਆ ਜੋ ਹੈ। ਹਾਂਜੀ, ਅੱਗੇ ਹੈ ਜੀ 6। 6 ਦੇ ਵੀ ਜੋ ਹੈ ਦੋ ਤੋਂ ਵੱਧ ਜੋ ਹੈ ਗੁਣਨਖੰਡ ਹੈ, ਇੱਕ ਤਾਂ 6 ਇੱਕ ਨਾਲ ਜੋ ਹੈ ਭਾਗ ਹੋ ਜਾਂਦਾ ਹੈ, ਇੱਕ 2 ਨਾਲ ਹੋ ਜਾਂਦਾ ਹੈ, 2 ਤੀਏ 6, ਠੀਕ ਹੈ। ਅਤੇ
3 ਨਾਲ ਵੀ ਜੋ ਹੈ 6 ਜੋ ਹੈ ਭਾਗ ਹੋ ਜਾਂਦਾ ਹੈ, 3 ਦੂਣੀ 6 ਤੇ 6 ਜੋ ਹੈ ਆਪਣੇ ਅੰਕ ਨਾਲ ਮਤਲਬ 6 ਨਾਲ ਤਾਂ ਭਾਗ ਹੁੰਦਾ ਹੀ ਹੈ, ਠੀਕ ਹੈ। ਤਾਂ 2 ਤੋਂ ਵੱਧ ਗੁਣਨਖੰਡ ਹੈ ਤਾਂ ਇਸ ਕਰਕੇ ਜੋ ਹੈ 6 ਜੋ ਹੈ ਉਹ ਵੀ ਜੋ ਹੈ ਭਾਜ ਸੰਖਿਆ ਹੈ। ਹਾਂਜੀ, ਅੱਗੇ ਜੋ ਹੈ ਉਹ ਹੈ 5। ਤਾਂ 5 ਜੋ ਹੈ ਉਹ ਸਿਰਫ 1 ਨਾਲ ਹੀ ਭਾਗ ਹੁੰਦਾ ਹੈ ਤੇ 5 ਨਾਲ ਹੀ ਜੋ ਹੈ ਭਾਗ ਹੁੰਦਾ ਹੈ। ਤਾਂ ਇਸ ਦੇ 2 ਤੋਂ ਵੱਧ ਗੁਣਨਖੰਡ ਨਹੀਂ ਹੈ ਤਾਂ ਇਹ ਜੋ ਹੈ ਭਾਜ ਸੰਖਿਆ ਨਹੀਂ ਹੈ। ਹਾਂਜੀ, ਬੀ ਪਾਰਟ ਦੇ ਵਿੱਚ 21 ਹੈ। 21 ਜੋ ਹੈ 1 ਨਾਲ ਭਾਗ ਹੋ ਜਾਂਦਾ ਹੈ, 3 ਨਾਲ ਹੋ ਜਾਂਦਾ ਹੈ, 7 ਨਾਲ ਹੋ ਜਾਂਦਾ ਹੈ ਤੇ 21 ਨਾਲ ਹੋ ਜਾਂਦਾ ਹੈ। ਤਾਂ 2 ਤੋਂ ਵੱਧ ਗੁਣਨਖੰਡ ਹੈ ਤਾਂ ਇਹ ਜੋ ਹੈ ਭਾਜ ਸੰਖਿਆ ਹੈ। ਹਾਂਜੀ, 12 ਹੈ ਤਾਂ 12 1 ਨਾਲ ਭਾਗ ਹੋ ਜਾਂਦਾ ਹੈ, 2 ਨਾਲ ਹੋ ਜਾਂਦਾ ਹੈ, 3 ਨਾਲ ਭਾਗ ਹੋ ਜਾਂਦਾ ਹੈ, 4 ਨਾਲ ਹੋ ਜਾਂਦਾ ਹੈ, 6 ਨਾਲ ਹੋ ਜਾਂਦਾ ਹੈ ਤੇ 12 ਨਾਲ ਹੋ ਜਾਂਦਾ ਹੈ ਭਾਗ। ਤਾਂ 12 ਦੇ ਵੀ 2 ਤੋਂ ਵੱਧ ਗੁਣਨਖੰਡ ਹੈ ਤਾਂ 12 ਵੀ ਜੋ ਹੈ ਉਹ ਭਾਜ ਸੰਖਿਆ ਹੈ। ਹਾਂਜੀ, ਅੱਗੇ 18 ਹੈ। 18 1 ਨਾਲ ਭਾਗ ਹੋ ਜਾਂਦਾ ਹੈ, 2 ਨਾਲ ਹੋ ਜਾਂਦਾ ਹੈ, 3 ਨਾਲ ਭਾਗ ਹੋ ਜਾਂਦਾ ਹੈ, 6 ਨਾਲ ਭਾਗ ਹੋ ਜਾਂਦਾ ਹੈ ਤੇ 18 ਜੋ ਹੈ ਆਪਣੇ ਅੰਕ 18 ਨਾਲ ਭਾਗ ਹੋ ਜਾਂਦਾ ਹੈ। 2 ਤੋਂ ਵੱਧ ਜੋ ਹੈ ਗੁਣਨਖੰਡ ਹੈ ਤਾਂ ਇਸ ਕਰਕੇ 18 ਵੀ ਜੋ ਹੈ ਉਹ ਭਾਜ ਸੰਖਿਆ ਹੈ। ਹਾਂਜੀ, ਅੱਗੇ 17 ਹੈ। 17 ਦੇ ਦੇਖੋ ਸਿਰਫ 2 ਹੀ ਗੁਣਨਖੰਡ ਹੈ। ਇੱਕ ਤਾਂ 17 1 ਨਾਲ ਭਾਗ ਹੁੰਦਾ ਹੈ ਤੇ ਇੱਕ 17 ਜੋ ਹੈ ਉਹ 17 ਨਾਲ ਹੀ ਜੋ ਹੈ ਭਾਗ ਹੁੰਦਾ ਹੈ। ਤਾਂ 17 ਜੋ ਹੈ ਉਹ ਭਾਜ ਸੰਖਿਆ ਨਹੀਂ ਹੈ ਕਿਉਂਕਿ ਇਸ ਦੇ ਸਿਰਫ 2 ਹੀ ਗੁਣਨਖੰਡ ਹੈ। ਹਾਂਜੀ, ਅੱਗੇ 11 ਹੈ। ਤਾਂ 11 ਵੀ ਜੋ ਹੈ ਦੇਖੋ ਉਹ ਜੋ ਹੈ ਸਿਰਫ 2 ਹੀ ਗੁਣਨਖੰਡ ਹੈ ਉਸਦੇ। ਇੱਕ ਤਾਂ 1 ਹੈ ਤੇ ਇੱਕ 11 ਹੈ ਤੇ ਇਹ ਜੋ ਹੈ 11 ਭਾਜ ਸੰਖਿਆ ਨਹੀਂ ਹੈ। ਹਾਂਜੀ, ਸੀ ਪਾਰਟ ਦੇ ਵਿੱਚ ਜੋ ਪਹਿਲੀ ਸੰਖਿਆ ਹੈ ਉਹ ਹੈ 23। 23 ਜੋ ਹੈ ਇਸ ਦੇ ਸਿਰਫ 2 ਹੀ ਗੁਣਨਖੰਡ ਹੈ। ਇੱਕ ਤਾਂ 23 ਜੋ ਹੈ ਉਹ 1 ਨਾਲ ਭਾਗ ਹੁੰਦਾ ਹੈ ਤੇ ਇੱਕ ਜੋ ਹੈ 23 ਉਹ ਸਿਰਫ 23 ਦੇ ਨਾਲ ਹੀ ਜੋ ਹੈ ਭਾਗ ਹੁੰਦਾ ਹੈ। ਤਾਂ ਇਹ ਜੋ ਹੈ 23 ਭਾਜ ਸੰਖਿਆ ਨਹੀਂ ਹੈ। ਹਾਂਜੀ, ਅੱਗੇ ਹੈ 32। 32 ਦੇਖੋ ਇੱਕ ਤਾਂ 1 ਨਾਲ ਭਾਗ ਹੋ ਜਾਂਦਾ ਹੈ, ਇੱਕ 2 ਨਾਲ ਹੋ ਜਾਂਦਾ ਹੈ, ਠੀਕ ਹੈ 16 ਦੇ ਉੱਪਰ ਤੇ ਇੱਕ 4 ਨਾਲ ਵੀ ਹੋ ਜਾਂਦਾ ਹੈ, 4 8 32 ਤੇ ਇੱਕ 8 ਨਾਲ ਵੀ ਹੋ ਜਾਂਦਾ ਹੈ, 8 ਚੌਕੇ 32, ਠੀਕ ਹੈ ਤੇ ਇੱਕ 16 ਨਾਲ ਵੀ ਭਾਗ ਹੋ ਜਾਂਦਾ ਹੈ, 16 ਦੂਣੀ 32। ਤਾਂ 2 ਤੋਂ ਵੱਧ ਗੁਣਨਖੰਡ ਹੈ ਤਾਂ ਇਹ ਜੋ ਹੈ ਭਾਜ ਸੰਖਿਆ ਹੈ। ਹਾਂਜੀ, 37 ਜੋ ਹੈ ਉਹ ਭਾਜ ਸੰਖਿਆ ਨਹੀਂ ਹੈ ਕਿਉਂਕਿ ਇਸ ਦੇ ਜੋ ਹੈ ਸਿਰਫ 2 ਹੀ ਗੁਣਨਖੰਡ ਹੈ, 1 ਜਾਂ 37, ਠੀਕ ਹੈ। ਹਾਂਜੀ, 41 ਵੀ ਜੋ ਹੈ ਉਹ ਭਾਜ ਸੰਖਿਆ ਨਹੀਂ ਹੈ ਕਿਉਂਕਿ ਇਸ ਦੇ ਵੀ ਜੋ ਹੈ ਸਿਰਫ 2 ਹੀ ਗੁਣਨਖੰਡ ਹੈ। ਜਾਂ ਤਾਂ 41 ਜੋ ਹੈ ਉਹ 1 ਨਾਲ ਭਾਗ ਹੁੰਦਾ ਹੈ ਜਾਂ 41 ਜੋ ਹੈ ਆਪਣੇ ਹੀ ਅੰਕ 41 ਦੇ ਨਾਲ ਜੋ ਹੈ ਭਾਗ ਹੁੰਦਾ ਹੈ। ਹਾਂਜੀ, ਅੱਗੇ ਹੈ 15। 15 ਜੋ ਹੈ ਇਹ ਵੀ ਜੋ ਹੈ ਭਾਜ ਸੰਖਿਆ, ਇਹ ਭਾਜ ਸੰਖਿਆ ਹੈ। ਦੇਖੋ 15 ਜੋ ਹੈ ਇੱਕ ਤਾਂ 1 ਨਾਲ ਭਾਗ ਹੋ ਜਾਏਗਾ, ਇੱਕ 3 ਨਾਲ ਹੋ ਜਾਏਗਾ, ਇੱਕ 5 ਦੇ ਨਾਲ ਹੋ ਜਾਏਗਾ, ਠੀਕ ਹੈ ਤੇ ਇੱਕ ਜੋ ਹੈ 15 ਆਪਣੇ ਅੰਕ ਤੇ ਹੋਏਗਾ। ਤਾਂ ਇਸ ਦੇ 2 ਤੋਂ ਵੱਧ ਗੁਣਨਖੰਡ ਹੈ ਤਾਂ ਇਹ ਜੋ ਹੈ 15 ਭਾਜ ਸੰਖਿਆ ਹੈ। ਹਾਂਜੀ, ਅੱਗੇ ਡੀ ਪਾਰਟ ਦੇ ਵਿੱਚ ਪਹਿਲੀ ਜੋ ਸੰਖਿਆ ਹੈ ਉਹ ਹੈ 10। ਹਾਂਜੀ, 10 ਜੋ ਹੈ ਇੱਕ ਤਾਂ 1 ਨਾਲ ਭਾਗ ਹੋ ਜਾਂਦਾ ਹੈ, ਇੱਕ 2 ਨਾਲ ਹੋ ਜਾਂਦਾ ਹੈ, ਇੱਕ 5 ਨਾਲ ਹੋ ਜਾਂਦਾ ਹੈ, ਠੀਕ ਹੈ ਤੇ ਇੱਕ ਜੋ ਹੈ 10 ਆਪਣੇ ਅੰਕ ਤੇ ਹੋਏਗਾ ਭਾਗ। ਹਾਂਜੀ, ਤਾਂ 10 ਜੋ ਹੈ ਉਹ ਭਾਜ ਸੰਖਿਆ ਹੈ ਕਿਉਂਕਿ ਇਸ ਦੇ 2 ਤੋਂ ਵੱਧ ਗੁਣਨਖੰਡ ਹੈ। ਹਾਂਜੀ, ਅਗਲਾ ਜੋ ਅੰਕ ਹੈ ਜਾਂ ਅਗਲੀ ਜੋ ਸੰਖਿਆ ਹੈ ਉਹ ਹੈ 25। ਤਾਂ 25 ਜੋ ਹੈ ਇੱਕ ਤਾਂ 1 ਨਾਲ ਭਾਗ ਹੋ ਜਾਏਗਾ, ਇੱਕ 5 ਨਾਲ ਹੋ ਜਾਏਗਾ ਤੇ ਇੱਕ ਜੋ ਹੈ 25 ਦੇ ਨਾਲ ਹੀ ਜੋ ਹੈ ਭਾਗ ਹੋਏਗਾ। ਤਾਂ 2 ਤੋਂ ਵੱਧ ਗੁਣਨਖੰਡ ਆ ਰਹੇ ਹੈ, 1 5 ਤੇ 25, ਠੀਕ ਹੈ 2 ਤੋਂ ਵੱਧ ਗੁਣਨਖੰਡ ਹੈ ਤਾਂ ਇਹ ਭਾਜ ਸੰਖਿਆ ਹੈ। ਹਾਂਜੀ, ਅੱਗੇ 5 ਤੇ 7 ਇਹ ਦੋਵੇਂ ਜੋ ਹੈ ਅਭਾਜ ਸੰਖਿਆਵਾਂ ਨੇ ਕਿਉਂਕਿ 5 ਤੇ 7 ਜੋ ਹੈ ਇਹਨਾਂ ਦੇ ਸਿਰਫ 2 ਹੀ ਗੁਣਨਖੰਡ ਹੁੰਦੇ ਹੈ। ਜਾਂ ਜੋ 5 ਦੇ ਗੁਣਨਖੰਡ ਹੈ ਉਹ 1 ਤੇ 5 ਹੈ, ਠੀਕ ਹੈ ਔਰ ਜੋ 7 ਦੇ ਗੁਣਨਖੰਡ ਹੈ ਉਹ ਵੀ ਜੋ ਹੈ 1 ਤੇ ਸਿਰਫ 7 ਹੈ। ਤਾਂ ਇਹ ਦੋਵੇਂ ਜੋ ਹੈ ਭਾਜ ਸੰਖਿਆਵਾਂ ਨਹੀਂ ਹਨ। ਹਾਂਜੀ, ਅੱਗੇ 9 ਹੈ। ਤਾਂ 9 ਜੋ ਹੈ ਉਹ ਭਾਜ ਸੰਖਿਆ ਹੈ ਕਿਉਂਕਿ 9 ਜੋ ਹੈ 1 ਨਾਲ ਭਾਗ ਹੋ ਜਾਂਦਾ ਹੈ, 3 ਨਾਲ ਹੋ ਜਾਂਦਾ ਹੈ ਤੇ 9 ਨਾਲ ਹੋ ਜਾਂਦਾ ਹੈ, ਠੀਕ ਹੈ 2 ਤੋਂ ਵੱਧ ਗੁਣਨਖੰਡ ਆ ਰਹੇ ਹਨ ਤਾਂ ਇਸ ਕਰਕੇ 9 ਜੋ ਹੈ ਉਹ ਭਾਜ ਸੰਖਿਆ ਹੈ। ਹਾਂਜੀ, ਈ ਪਾਰਟ ਦੇ ਵਿੱਚ ਪਹਿਲੀ ਜੋ ਸੰਖਿਆ ਹੈ ਉਹ ਹੈ 43। 43 ਜੋ ਹੈ ਉਹ ਭਾਜ ਸੰਖਿਆ ਨਹੀਂ ਹੈ ਕਿਉਂਕਿ 43 ਜੋ ਹੈ ਸਿਰਫ 1 ਨਾਲ ਭਾਗ ਹੁੰਦਾ ਹੈ ਤੇ 43 ਜੋ ਹੈ ਉਹ 43 ਦੇ ਨਾਲ ਹੀ ਜੋ ਹੈ ਭਾਗ ਹੁੰਦਾ ਹੈ, ਸਿਰਫ 2 ਹੀ ਗੁਣਨਖੰਡ ਹੈ ਤਾਂ ਇਸ ਕਰਕੇ ਜੋ 43 ਹੈ ਉਹ ਭਾਜ ਸੰਖਿਆ ਨਹੀਂ ਹੈ। ਹਾਂਜੀ, ਅੱਗੇ ਹੈ 24। 24 ਜੋ ਹੈ ਦੇਖੋ
ਇੱਕ ਤਾਂ 1 ਨਾਲ ਭਾਗ ਹੁੰਦਾ ਹੈ, ਠੀਕ ਹੈ, ਇੱਕ 2 ਨਾਲ ਹੁੰਦਾ ਹੈ, ਇੱਕ 3 ਨਾਲ ਵੀ ਭਾਗ ਹੋ ਜਾਂਦਾ ਹੈ, 3 ਅੱਠੇ 24, ਇੱਕ 4 ਨਾਲ ਵੀ ਹੋ ਜਾਂਦਾ ਹੈ, 4 ਛਿੱਕੇ 24, ਇੱਕ 6 ਨਾਲ ਵੀ ਭਾਗ ਹੋ ਜਾਂਦਾ ਹੈ, 6 ਚੌਕ 24, ਠੀਕ ਹੈ, ਇੱਕ 12 ਨਾਲ ਹੋ ਜਾਂਦਾ ਹੈ। ਤਾਂ 2 ਤੋਂ ਵੱਧ ਗੁਣਨਖੰਡ ਹੈ ਤਾਂ 24 ਜੋ ਹੈ ਉਹ ਭਾਜ ਸੰਖਿਆ ਹੈ। ਹਾਂਜੀ, 47 ਜੋ ਹੈ ਇਹ ਭਾਜ ਸੰਖਿਆ ਨਹੀਂ ਹੈ, ਕਿਉਂਕਿ 47 ਦੇ ਸਿਰਫ 2 ਹੀ ਗੁਣਨਖੰਡ ਹੈ, ਇੱਕ ਤਾਂ 1 ਹੈ ਤੇ ਇੱਕ 47 ਹੈ, ਠੀਕ ਹੈ। ਇਸ ਤੋਂ ਇਲਾਵਾ ਹੋਰ ਕਿਸੇ ਵੀ ਪਹਾੜੇ ਤੇ ਜਾਂ ਟੇਬਲ ਤੇ 47 ਜੋ ਹੈ ਉਹ ਨਹੀਂ ਆਉਂਦਾ ਹੈ। ਹਾਂਜੀ, 47 ਜੋ ਹੈ ਉਹ ਭਾਜ ਸੰਖਿਆ ਨਹੀਂ ਹੈ। ਹਾਂਜੀ, ਅੱਗੇ ਹੈ ਜੀ 49। 49 ਇੱਕ ਤਾਂ 1 ਨਾਲ ਭਾਗ ਹੁੰਦਾ ਹੈ, ਇੱਕ 7 ਨਾਲ ਹੁੰਦਾ ਹੈ, 7 ਸੱਤੇ 49, ਠੀਕ ਹੈ, ਤੇ ਇੱਕ ਜੋ ਹੈ 49 ਆਪਣੇ ਪਹਾੜੇ ਤੇ ਆਉਂਦਾ ਹੈ। ਤਾਂ 2 ਤੋਂ ਵੱਧ ਗੁਣਨਖੰਡ ਹੈ 49 ਦੇ, ਤਾਂ 49 ਜੋ ਹੈ ਉਹ ਭਾਜ ਸੰਖਿਆ ਹੈ। ਹਾਂਜੀ, ਅੱਗੇ ਹੈ ਜੀ 50। 50 ਵੀ ਜੋ ਹੈ ਉਹ ਭਾਜ ਸੰਖਿਆ ਹੈ, ਕਿਉਂਕਿ 50 ਇੱਕ ਤਾਂ 1 ਨਾਲ ਭਾਗ ਹੋ ਜਾਂਦਾ ਹੈ, ਇੱਕ 2 ਨਾਲ ਹੋ ਜਾਂਦਾ ਹੈ, ਇੱਕ 4 4 ਨਾਲ 4 ਏਕਮ 4 ਨਹੀਂ, 4 ਨਾਲ ਨਹੀਂ ਹੁੰਦਾ, 5 ਨਾਲ ਹੋ ਜਾਂਦਾ ਹੈ, ਠੀਕ ਹੈ। 5 ਨੂੰ ਮਤਲਬ 5 ਨਾਲ ਭਾਗ ਕਰਾਂਗੇ ਤਾਂ 10 ਆਏਗਾ, ਠੀਕ ਹੈ। ਇੱਕ 10 ਨਾਲ ਭਾਗ ਹੋ ਜਾਂਦਾ ਹੈ। ਇਸ ਤੋਂ ਇਲਾਵਾ ਦੇਖੋ 1 2 ਤੇ 1 2 5 ਤੇ 10, ਠੀਕ ਹੈ। ਤਾਂ ਇਹਨਾਂ ਨਾਲ ਜੋ ਹੈ ਇਹ 50 ਜੋ ਹੈ ਉਹ ਭਾਗ ਹੋ ਜਾਂਦਾ ਹੈ। ਤਾਂ 2 ਤੋਂ ਵੱਧ ਜੋ ਹੈ ਇਸਦੇ ਗੁਣਨਖੰਡ ਹੈ, ਠੀਕ ਹੈ। 25 ਨਾਲ ਵੀ ਜੋ ਹੈ 50 ਜੋ ਹੈ ਉਹ ਭਾਗ ਹੋ ਜਾਂਦਾ ਹੈ, 25 ਦੂਣੀ 50 ਹੁੰਦਾ ਹੈ। ਤਾਂ 2 ਤੋਂ ਵੱਧ ਜੋ ਹੈ 50 ਦੇ ਗੁਣਨਖੰਡ ਹੈ, ਤਾਂ ਅਸੀਂ ਇਹ ਕਹਿ ਸਕਦੇ ਹਾਂ ਵੀ ਜੋ 50 ਹੈ ਉਹ ਜੋ ਹੈ ਭਾਜ ਸੰਖਿਆ ਹੈ।